ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਤੇ ਮੈਂ ਹਾਂ ਪਸ਼ੌਰਾ ਸਿੰਘ ਪੰਨੂ। ਅੱਜ ਅਸੀਂ ਪੇਸ਼ ਕਰਨ ਜਾ ਰਹੇ ਹਾਂ ਮਿਹਨਤੀ ਤੇ ਸਿਰੜੀ ਪਰਿਵਾਰ ਨਾਲ ਸੰਬੰਧਿਤ ਹੋਣਹਾਰ ਨੌਜਵਾਨ ਦੀ ਦਾਸਤਾਨ, ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਹਾਜ਼ਰ ਜਵਾਬੀ ਦੀ ਬਦੌਲਤ ਕਰੋੜਾਂ ਰੁਪਏ ਜਿੱਤ ਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਖਾੜਾ ਦੇ ਨਿਵਾਸੀ ਮਿਹਨਤੀ ਤੇ ਸਿਰੜੀ ਜਥੇਦਾਰ ਚਰਨਜੀਤ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਆਪਣੇ ਪਿਓ ਅਤੇ ਦਾਦੇ ਵੱਲੋਂ ਮਿਹਨਤ ਕਰਨ ਦੀ ਦਿੱਤੀ ਸਿੱਖਿਆ ਦੀ ਬਦੌਲਤ ਅੱਜ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ, ਜਿਸ ਵਿੱਚ ਉਸਦੇ ਪਰਿਵਾਰ ਦੇ ਨਾਲ ਉਸਦੇ ਦੋਸਤਾਂ ਮਿੱਤਰਾਂ ਵੱਲੋਂ ਦਿੱਤਾ ਹੌਸਲਾ ਵੀ ਸ਼ਾਮਲ ਹੈ। ਤਾਂ ਹੀ ਉਹ ਕੌਣ ਬਣੇਗਾ ਕਰੋੜਪਤੀ ਨਾਂ ਦੇ ਸ਼ੋਅ ਵਿੱਚ ਸ਼ਾਮਲ ਹੋਇਆ ਹੈ, ਜਿਨ੍ਹੇ ਸੋਨੀ ਐਂਟਰਟੇਨਮੈਂਟ ਚੈਨਲ ਦੇ ਉੱਤੇ ਚੱਲਦੇ KBC ਪ੍ਰੋਗਰਾਮ 2023 ਦੇ ਵਿੱਚ ਮੱਲਾਂ ਮਾਰਦਿਆਂ ਹੋਇਆਂ ਕਰੋੜਾਂ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਿੱਤੀ ਆ। ਇਸ ਵਕਤ ਸਾਡੇ ਨਾਲ ਮੌਜੂਦ ਨੇ ਜਸਕਰਨ ਸਿੰਘ, ਜਿਨ੍ਹਾਂ ਨੇ ਇਹ ਪ੍ਰਾਪਤੀ ਕੀਤੀ ਹੈ ਤੇ ਸਾਬਤ ਕਰਕੇ ਵਿਖਾਇਆ ਹੈ। ਅਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜਸਕਰਨ ਸਿੰਘ ਹੋਰਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਹੋਣ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਦੇ ਵਿਊਅਰਸ ਜਿਹੜੇ ਆ ਉਹ ਸਾਰੀ ਗੱਲਬਾਤ ਜਾਣਨਾ ਚਾਹੁੰਦੇ ਨੇ ਕਿ ਤੁਹਾਡਾ ਪਿੰਡ ਕਿਹੜਾ ਹੈ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ। ਇਸ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਸਾਰਾ ਕੁਝ ਜਾਣਨਾ ਚਾਹੁੰਦੇ ਹਾਂ। ਜਸਕਰਨ ਸਿੰਘ ਜੀ, ਪਹਿਲਾਂ ਸ਼ੁਰੂਆਤ ਦੇ ਵਿੱਚ ਦੱਸੋ ਕਿ ਤੁਸੀਂ ਜੰਮਪਲ ਕਿੱਥੋਂ ਦੇ ਜੇ ਤੇ ਪਿਤਾ ਜੀ ਦਾ ਨਾਮ ਤੇ ਪਰਿਵਾਰ ਬਾਰੇ ਦੱਸੋ। ਮੇਰਾ ਨਾਮ ਹੈ ਜਸਕਰਨ ਸਿੰਘ। ਮੈਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਲੜਾ ਦਾ ਰਹਿਣ ਵਾਲਾ। ਮੇਰੀ ਉਮਰ 21 ਸਾਲ ਹੈ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਚਰਨਜੀਤ ਸਿੰਘ ਆ ਅਤੇ ਸਾਡਾ ਮਤਲਬ ਮੇਰੇ ਪਿਤਾ ਜੀ ਦਾ ਜੋ ਮੇਨ ਕੰਮ ਹੈ ਹਲਵਾਈ ਦਾ ਜਾਂ ਲੋਕਲ ਕੇਟਰਿੰਗ ਦਾ ਕੰਮ ਹੈ ਉਹਨਾਂ ਦਾ। ਅਤੇ ਜੰਮਪਲ ਸਿੱਖਿਆ ਜੋ ਪ੍ਰਾਇਮਰੀ ਸਿੱਖਿਆ ਜਿਹੜੀ ਹੋਈ ਹੈ ਉਹ ਇਸੇ ਪਿੰਡ 'ਚੋਂ ਹੀ ਹੋਈ ਹੈ। ਅਤੇ ਹੁਣ DAV ਕਾਲਜ ਅੰਮ੍ਰਿਤਸਰ ਦੇ ਵਿੱਚ ਮੈਂ BSc ਇਕਨੋਮਿਕਸ ਲਾਸਟ ਈਅਰ ਦਾ ਸਟੂਡੈਂਟ ਹਾਂ ਮੈਂ। ਕਿ ਇਹ ਤੋਂ ਪਹਿਲਾਂ ਜਦੋਂ ਤੁਸੀਂ ਐਜੂਕੇਸ਼ਨ ਦੇ ਵਿੱਚ ਸੀਗੇ, ਇਸ ਪਤਾ ਚੱਲਿਆ ਕਿ ਗੇਮਾਂ ਵਾਲੇ ਬੰਨੇ ਵੀ ਰੁਝਾਨ ਚੱਲਿਆ ਸੀ, ਕਿਹੜੀ ਗੇਮ ਦੇ ਨਾਲ ਤੁਸੀਂ ਇੰਟਰਸਟ ਰਹੇ ਸੋ ਅਤੇ ਕਿੱਥੇ ਤੁਸੀਂ ਉਹ ਗੇਮ ਦੇ ਨਾਲ ਜੁੜੇ? ਜਦੋਂ 9ਵੀਂ ਕਲਾਸ ਮੈਂ ਪਾਸ ਕੀਤੀ ਸੀ ਆਪਣੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਤੋਂ, ਅਤੇ ਉਸ ਤੋਂ ਬਾਅਦ ਮੈਂ ਜਲੰਧਰ ਦੇ ਵਿੱਚ ਹਰਭਜਨ ਸਿੰਘ ਇੰਸਟੀਟਿਊਟ ਆਫ ਕ੍ਰਿਕਟ ਦੇ ਵਿੱਚ ਦਾਖਲਾ ਲਿਆ ਸੀ। ਕ੍ਰਿਕਟ ਦੇ ਵਿੱਚ ਪ੍ਰੋਫੈਸ਼ਨਲ ਕ੍ਰਿਕਟ ਮੈਂ ਖੇਡੀ ਵੀ ਹੈ ਅਤੇ ਜ਼ਿਲ੍ਹਾ ਸਤਰ ਦੇ ਪ੍ਰੈਕਟਿਸ ਮੈਚ ਵਿੱਚ ਵੀ ਮੈਂ ਹਿੱਸਾ ਲਿਆ, ਮਤਲਬ ਬਹੁਤ ਵਧੀਆ ਖੇਡਿਆ ਵੀ ਮੈਂ। ਅਤੇ ਉਸ ਤੋਂ ਬਾਅਦ ਕੁਝ ਇਹੋ ਜਿਹੀਆਂ ਮਤਲਬ ਇੱਕ ਕਹਿ ਸਕਦੇ ਹਾਂ ਕਿ ਕੂਟਨੀਤੀਆਂ ਵਗੈਰਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪੈਸੇ ਵਗੈਰਾ ਮੰਗਣੇ ਜਾਂ ਜੋ ਵੀ ਕੋਚਾਂ ਵਗੈਰਾ ਇਹੋ ਜਿਹਾ ਕੋਈ ਪ੍ਰੈਕਟਿਸ ਜਿਹੜੀਆਂ ਚੱਲਦੀਆਂ, ਉਹਨਾਂ ਦੇ ਕਰਕੇ ਫਿਰ ਉਹ ਸੁਪਨਾ ਜਿਹੜਾ ਸੀ ਛੱਡਣਾ ਪਿਆ ਸੀ ਮੈਨੂੰ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜੇ ਇਸ ਲੈਵਲ 'ਤੇ ਖੇਡਣਾ ਹੈ ਜਾਂ ਜੋ ਵੀ ਅੱਗੇ ਹੋਣਾ ਹੈ ਅਤੇ ਫਿਰ ਪੈਸੇ ਵਗੈਰਾ ਤੁਹਾਨੂੰ ਭਰਨੇ ਪੈਣਗੇ, ਅਤੇ ਉਹ ਫਾਈਨੈਂਸ਼ੀਅਲੀ ਉਹਨਾਂ ਸਟਰੋਂਗ ਨਾ ਹੋਣ ਕਰਕੇ ਉਹ ਸੁਪਨਾ ਛੱਡਣਾ ਪਿਆ ਸੀ। ਫਿਰ ਉਸ ਤੋਂ ਬਾਅਦ ਜਦੋਂ ਫਿਰ ਇਸ ਸਬਜੈਕਟਾਂ ਦੀ ਮਤਲਬ ਪੜ੍ਹਨਾ ਸਟਾਰਟ ਕੀਤਾ, ਜਦੋਂ ਕ੍ਰਿਕਟ ਛੱਡ ਕੇ ਮੈਂ ਆ ਗਿਆ ਸੀ, ਜੂਨ ਜੁਲਾਈ ਦਾ ਮਹੀਨਾ ਸੀ ਉਹ, ਅਤੇ ਕਿਸੇ ਵੀ ਸਕੂਲ ਨੇ ਕਿਹਾ ਸੀ ਕਿ ਮਤਲਬ ਹੁਣ ਤਾਂ ਐਡਮਿਸ਼ਨ ਸਟਾਰਟ ਹੋ ਗਈਆਂ, ਇਸ ਸਾਲ ਐਡਮਿਸ਼ਨ ਨਹੀਂ ਮਿਲ ਸਕਦੀ, ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਨੈਕਸਟ ਈਅਰ ਆਇਓ। ਫਿਰ ਉਹ ਜਿਹੜੇ 6-7 ਮਹੀਨੇ ਸੀ ਉਹ ਮੈਂ ਆਪਣੇ ਆਪ ਨੂੰ ਮੰਨਦਾ ਹੈ ਕਿ ਮਤਲਬ ਮੈਂ ਆਪਣੇ ਲਈ ਮੰਨਦਾ ਕਿ ਉਹ ਮੇਰੇ ਲਈ ਮਤਲਬ ਇੱਕ ਲਾਈਫ ਟਰਨਿੰਗ ਪੁਆਇੰਟ ਸੀ ਉਹ ਜ਼ਿੰਦਗੀ ਦਾ, ਕਿਉਂਕਿ ਉਹ 6-7 ਮਹੀਨੇ ਜੋ ਮੈਂ ਪੜ੍ਹਿਆ ਸ਼ਾਇਦ ਉਹ ਪਿਛਲੇ ਜਿਹੜੇ ਜਿੰਨੇ ਵੀ ਸਾਲ ਰਹੇ ਉਹ ਉਹਨਾਂ ਕਦੇ ਇੰਪਰੂਵਮੈਂਟ ਨਹੀਂ ਹੋਈ। ਹੌਲੀ ਹੌਲੀ ਸਾਰੇ ਸਬਜੈਕਟ ਜਿਹੜੇ ਪੜ੍ਹਨੇ ਸ਼ੁਰੂ ਕੀਤੇ, ਬੇਸਿਕ ਜਨਰਲ ਨੌਲੇਜ ਪੜ੍ਹਨੀ ਸ਼ੁਰੂ ਕੀਤੀ, ਰੁਝਾਨ ਵੱਧਦਾ ਗਿਆ ਸਾਰੇ ਸਬਜੈਕਟਾਂ ਦੇ ਵਿੱਚ, ਸਾਰੇ ਵਿਸ਼ਿਆਂ ਦੇ ਵਿੱਚ। ਫਿਰ ਜਦੋਂ 11th-12th ਦੇ ਵਿੱਚ 11ਵੀਂ-12ਵੀਂ ਦੇ ਜਮਾਤ ਦੇ ਵਿੱਚ ਜਦੋਂ ਮੈਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੇ ਵਿੱਚ ਜਦੋਂ ਦਾਖਲਾ ਲਿਆ 11th ਕਲਾਸ ਦੇ ਵਿੱਚ, ਫਿਰ ਨਾਲ ਮੈਂ ਸਿਵਲ ਸੇਵਾ ਦੀ ਪ੍ਰੀਖਿਆ ਦੀ ਪੜ੍ਹਾਈ ਵੀ ਕਰਨੀ ਸਟਾਰਟ ਕੀਤੀ। ਅਤੇ ਜਿਵੇਂ ਰੁਝਾਨ ਵੱਧਦਾ ਗਿਆ, ਪਿਛਲੇ 4 ਸਾਲ ਤੋਂ ਮੈਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਹਿੱਸਾ ਲੈਣ ਦੀ ਜਿਹੜੀ ਕਿ ਟਰਾਈ ਕਰਦਾ ਹਾਂ ਮੈਂ। ਬਟ ਪਿਛਲੇ 3 ਸਾਲਾਂ ਤੋਂ ਲਗਾਤਾਰ ਟਰਾਈ ਕਰਨਾ, ਮੁੰਬਈ ਜਾਣਾ, ਪੇਪਰ ਦੇਣੇ, ਪੇਪਰ ਕਲੀਅਰ ਕਰਨੇ, ਇੰਟਰਵਿਊ ਦੇਣਾ, ਬਟ ਉਹ ਜਿਹੜਾ ਲਾਸਟ ਸਟੈਪ ਹੁੰਦਾ ਜਿਹੜਾ ਫਾਸਟੈਸਟ ਫਿੰਗਰ ਫਸਟ ਦਾ, ਜਿਸ ਤੋਂ ਬਾਅਦ ਜੋ ਆਪਾਂ TV 'ਤੇ ਦੇਖਦੇ ਹਾਂ ਉਹ ਜੋ ਫਾਸਟੈਸਟ ਫਿੰਗਰ ਫਸਟ ਜਿਹੜਾ, ਯਾਨੀ ਕਿ ਦਰਸ਼ਕਾਂ ਨੂੰ ਮੈਂ ਦੱਸਣ ਲਈ ਤੁਹਾਨੂੰ ਵਿੱਚੋਂ ਡਿਸਟਰਬ ਕਰ ਰਿਹਾ ਕਿ ਯਾਨੀ ਕਿ ਉੱਥੇ ਬੈਠੇ ਹੁੰਦੇ ਜਿਨ੍ਹਾਂ ਨੇ ਪਾਸ ਕੀਤਾ ਹੁੰਦਾ, ਉਹ ਸਾਰੇ ਬੈਠੇ ਹੁੰਦੇ ਅਤੇ ਸਭ ਤੋਂ ਪਹਿਲਾਂ ਜਿਹੜਾ ਬਟਨ ਦੱਬਦਾ ਆ ਉਸੇ ਨੂੰ ਤੁਸੀਂ ਕਹਿੰਦੇ ਜੇ ਨਾ ਫਾਸਟ ਸਪਰਿੰਗ ਪੁਆਇੰਟ, ਵੀ ਜਿਹੜਾ ਸਭ ਤੋਂ ਪਹਿਲਾਂ ਉਹਦਾ ਸਵਾਲ ਦਾ ਜਵਾਬ ਦਿੰਦਾ ਹੈ ਉਹਨੂੰ ਉਹ ਚੁਣ ਕੇ ਉਸ ਕੁਰਸੀ ਦੇ ਉੱਤੇ ਪਾਉਂਦੇ। ਹਾਂਜੀ, ਜਿਹੜੇ ਸਿਲੈਕਟ ਹੋ ਕੇ ਜਾਂਦੇ, ਜਿਹੜੇ ਫਾਸਟੈਸਟ ਫਿੰਗਰ ਫਸਟ ਲਈ ਜਿਹੜੇ ਸਿਲੈਕਟ ਹੋ ਕੇ ਜਾਂਦੇ, ਸਹੀ ਜਵਾਬ ਦੇਣਾ ਹੀ ਉੱਥੇ ਮਾਇਨੇ ਨਹੀਂ ਰੱਖਦਾ, ਬਲਕਿ ਬਾਕੀ ਜਿਹੜੇ 10 ਜਿਹੜੇ ਤੁਹਾਡੇ ਲੈਵਲ ਦੇ ਜਿਹੜੇ ਖਿਡਾਰੀ ਉੱਥੇ ਬੈਠੇ, ਜਿਹੜੇ ਖੇਲਣ ਆਏ ਉੱਥੋਂ, ਜਿਹੜੇ ਹਿੱਸਾ ਲੈਣ ਆਏ, ਉਹਨਾਂ ਤੋਂ ਵੀ ਤੇਜ਼ ਜਵਾਬ ਦੇਣਾ ਹੈ। ਸੋ ਸਭ ਤੋਂ ਮੇਨ ਜਿਹੜਾ ਕੰਪੀਟੀਸ਼ਨ ਹੈ ਉਹੀ ਹੁੰਦਾ ਹੈ। ਅਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਜਾਂ ਇੱਕ ਮਾਲਕ ਦੀ ਮਿਹਰ ਹੀ ਸਮਝਦਾ ਹੈ ਕਿ ਉਹਨਾਂ 10 ਦੇ ਵਿੱਚੋਂ ਉਸ ਕੁਰਸੀ ਤੱਕ ਬਹਿਣਾ, ਅਤੇ ਉਸ ਕੁਰਸੀ 'ਤੇ ਬੈਠ ਕੇ ਵੀ ਆਖਰੀ ਜਿਹੜੇ ਗੇਮ ਦੇ ਆਖਰੀ ਸਵਾਲ ਜਿਹੜਾ ਕਿ 7 ਕਰੋੜ ਰੁਪਏ ਦਾ ਸਵਾਲ ਹੈ, ਉੱਥੋਂ ਤੱਕ ਪਹੁੰਚਣਾ, ਇਹ ਮੇਰੇ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ। ਅਤੇ ਮੈਂ ਆਪਣੇ ਆਪ ਨੂੰ ਬਹੁਤ ਮਤਲਬ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਕਿ ਮੈਂ ਉੱਥੋਂ ਤੱਕ ਗਿਆ। ਮਾਲਕ ਦੀ ਮਿਹਰ ਨਾਲ, ਗੁਰੂ ਨਾਨਕ ਦੇਵ ਜੀ ਦਾ ਹੱਥ ਰਿਹਾ ਹੈ ਬਹੁਤ ਸਿਰ 'ਤੇ, ਕਿ ਉਹਨਾਂ ਦੀ ਹੁਕਮ ਨਾਲ, ਉਹਨਾਂ ਦੀ ਅੱਜ ਦਇਆ ਨਾਲ ਹੀ ਅੱਜ ਜੋ ਵੀ ਹੋਇਆ, ਅੱਜ ਉਹਨਾਂ ਦੀ ਹੁਕਮ ਨਾਲ ਹੀ ਹੋਇਆ ਹੈ।
ਜਸਕਰਨ ਸਿੰਘ ਜੀ, ਤੁਸੀਂ ਉਸ ਕੁਐਸਚਨ ਤੱਕ ਤਾਂ ਪਹੁੰਚ ਗਏ ਪਰਮਾਤਮਾ ਦੀ ਕਿਰਪਾ ਦੇ ਨਾਲ, ਤੇ ਉਹ ਪ੍ਰੋਗਰਾਮ ਫਿਰ ਕਿੰਨੇ ਦਿਨ ਚੱਲਿਆ? ਉਸ ਜਿਹੜਾ ਉਹ ਤੇਜ਼ ਸਭ ਤੋਂ ਜਵਾਬ ਦਿੰਦੇ ਨੇ ਤੇ ਹੌਟ ਸ਼ੀਟ ਦੇ ਉੱਤੇ ਬਿਠਾਉਂਦੇ ਨੇ, ਉਹ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਤੇ ਕਦੋਂ ਟੈਲੀਕਾਸਟ ਕਰ ਰਿਹਾ ਸੋਨੀ ਐਂਟਰਟੇਨਮੈਂਟ? ਜਿਹੜਾ ਉਹ ਟੀਵੀ ਤੇ ਜਿਹੜਾ ਹਾਲੇ ਤਾਂ ਸਿਰਫ ਉਹਨਾਂ ਨੇ ਮਤਲਬ ਪ੍ਰੋਮੋ ਵਗੈਰਾ ਦਿਖਾਇਆ ਜਾਂ ਸਿਰਫ ਇੱਕ ਐਡ ਦਿਖਾਈ ਹੈ ਕਿ ਇੱਕ ਪੰਜਾਬ ਦਾ ਇੱਕ ਛੋਟੇ ਜਿਹੇ ਪਿੰਡ ਦਾ ਜਿਹੜਾ ਲੜਕਾ ਹੈ ਉਹ ਇਸ ਖੇਲ ਦੇ ਆਖਰੀ ਸਵਾਲ ਤੱਕ ਪਹੁੰਚਿਆ ਹੈ, ਪਰ ਹਾਲੇ 7 ਕਰੋੜ ਦੇ ਸਵਾਲ ਦਾ ਹੋਇਆ ਕੀ ਹੈ ਉਹ ਹਾਲੇ ਕਿਸੇ ਨੂੰ ਨਹੀਂ ਪਤਾ। ਸੋ ਉਹ ਜਿਹੜਾ ਟੈਲੀਕਾਸਟ ਹੋਣਾ ਟੀਵੀ ਤੇ 4 ਸਤੰਬਰ ਤੇ 5 ਸਤੰਬਰ ਨੂੰ ਹੋਣਾ ਹੈ। ਸੋ ਸਾਰੇ ਦੇਸ਼ ਨੂੰ ਇਹਦੀ ਉਡੀਕ ਹੈ ਕਿ ਉਹ ਸਵਾਲ ਦਾ ਕੀ ਬਣਿਆ ਹੋਊਗਾ ਉਸ ਤੋਂ ਅੱਗੇ। ਸੋ ਉਹ 5 ਤਰੀਕ ਨੂੰ ਹੀ ਪਤਾ ਲੱਗੂਗਾ ਰਾਤ ਨੂੰ। ਸੋ ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਹੈ ਕਿ 4 ਸਤੰਬਰ ਤੇ 5 ਸਤੰਬਰ ਨੂੰ ਜ਼ਰੂਰ ਦੇਖਣ, ਤਾਂ ਕਿ ਪਤਾ ਲੱਗ ਸਕੇ ਕਿ 7 ਕਰੋੜ ਦਾ ਜੋ ਕੁਐਸਚਨ ਸੀ ਜਿਹੜਾ ਫੇਸ ਕੀਤਾ ਉਹਦਾ ਰਿਜ਼ਲਟ ਕੀ ਰਿਹਾ। ਹੁਣ ਅਸੀਂ ਤੁਹਾਡੇ ਨਾਲ ਇਹ ਗੱਲ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਵਿੱਚ ਆਪਣੀ ਹੈਸੀਅਤ ਮੁਤਾਬਕ ਆਪਣੀ ਮਿਹਨਤ ਦੇ ਨਾਲ ਆਪਣੇ ਬਲਬੂਤੇ ਤੇ ਇਸ ਜਗ੍ਹਾ ਤੇ ਪਹੁੰਚ ਗਏ ਹੋ। ਹੁਣ ਅੱਗੇ ਤੁਹਾਡਾ ਸੁਪਨਾ ਕੀ ਹੈ? ਕੀ ਕਰਨਾ ਚਾਹੁੰਦੇ ਜੇ? ਤੁਹਾਨੂੰ ਮਤਲਬ ਜੇ ਪੈਸੇ ਹੱਥ ਦੇ ਵਿੱਚ ਹੁਣ ਆਉਣੇ ਆ, ਉਸ ਦੇ ਮੁਤਾਬਕ ਕੀ ਮਤਲਬ ਇੱਥੇ ਹੀ ਕੋਈ ਕਾਰੋਬਾਰ ਸ਼ੁਰੂ ਕਰ ਦੇਣਾ ਹੈ ਕਿ ਜਾਂ ਅੱਗੇ ਵੀ ਕੋਈ ਇੱਛਾ ਹੈ ਕਿ ਕੋਈ ਕੰਪੀਟੀਸ਼ਨ ਕਿਹੋ ਜਿਹਾ ਸਰ ਕਰਨਾ? ਦੇਖੋ ਜੀ, ਜਿੱਦਾਂ ਮੈਂ ਦੱਸਿਆ ਕਿ ਜਿਹੜੇ ਉਹ 6-7 ਮਹੀਨੇ ਹੀ ਜਦੋਂ ਸਾਰੇ ਵਿਸ਼ੇ ਜਿਹੜੇ ਮਤਲਬ ਕਿ ਪੜ੍ਹਨਾ ਸਟਾਰਟ ਕੀਤਾ ਤੇ ਜੋ ਰੁਝਾਨ ਵੱਧਦਾ ਗਿਆ, ਫਿਰ ਮਤਲਬ ਜੋ ਮੇਰੇ ਸੀਨੀਅਰ ਸੀ, ਜੋ ਮੇਰੇ ਜਦੋਂ ਅਧਿਆਪਕ ਸੀ, ਜੋ ਮੇਰੇ ਟੀਚਰ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਜਿਹੜੇ ਸਬਜੈਕਟ ਹੈ ਬਹੁਤ ਹੀ ਸਟਰੋਂਗ ਹੈ, ਮਤਲਬ ਤੇਰੇ ਜਿਹੜੀ ਇਹਨਾਂ ਦਾ ਕਨਸੈਪਟ ਹੈ ਤੇਰਾ ਬਹੁਤ ਕਲੀਅਰ ਹੈ, ਬਹੁਤ ਅੱਛੀ ਤਰੀਕੇ ਨਾਲ ਤੂੰ ਇਹ ਸਾਰੇ ਸਬਜੈਕਟ ਪੜ੍ਹੇ ਹੈ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਸਿਵਲ ਸਰਵਿਸਿਜ਼ ਦਾ ਜਿਹੜਾ ਐਗਜ਼ਾਮ ਹੈ UPSC, ਉਹ ਮਤਲਬ ਉਹਦੇ ਲਈ ਤੂੰ ਟਰਾਈ ਕਰ। ਫਿਰ ਉਦੋਂ ਤਾਂ ਮੈਨੂੰ ਨਹੀਂ ਸੀ ਪਤਾ ਕਿ UPSC ਦਾ ਐਗਜ਼ਾਮ ਕੀ ਹੁੰਦਾ ਜਾਂ ਕੀ ਨਹੀਂ, ਬਸ ਇੰਨਾ ਪਤਾ ਸੀਗਾ ਕਿ ਜਨਰਲ ਨੌਲੇਜ ਦੇ ਕੋਈ ਸਬਜੈਕਟ ਹੈ ਜਾਂ ਕੁਐਸਚਨ ਆਨਸਰ ਪੜ੍ਹੀ ਦੇ ਹੈ, ਜਾਂ ਜੋ ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ ਜਾਂ ਪੋਲਿਟੀ ਵਗੈਰਾ ਇਹਨਾਂ ਦੇ ਮਤਲਬ ਜੋ ਸਬਜੈਕਟ ਸੀ, ਪ੍ਰੈਕਟੀਕਲੀ ਥਿਓਰੈਟੀਕਲੀ ਜਿਵੇਂ ਵੀ ਇਹ ਸਾਰਾ ਮਤਲਬ ਪੜ੍ਹਦਾ ਸੀ ਮੈਂ। ਬਟ ਜਿਉਂ ਇਸ ਐਗਜ਼ਾਮ ਦੇ ਬਾਰੇ ਮੈਂ ਫਿਰ ਉਸ ਤੋਂ ਬਾਅਦ ਪੜ੍ਹਨਾ ਸਟਾਰਟ ਕੀਤਾ, ਜਾਣਨਾ ਸਟਾਰਟ ਕੀਤਾ ਕਿ ਐਗਜ਼ਾਮ ਕੀ ਕਰਾਉਂਦਾ ਹੈ, ਮਤਲਬ ਕਿ ਕਿਵੇਂ UPSC ਜਿਹੜਾ ਐਗਜ਼ਾਮ ਹੈ ਉਹ ਕੰਡਕਟ ਕਰਾਉਂਦਾ IAS, IPS, IRS ਦੀਆਂ ਪੋਸਟਸ ਲਈ। ਐਂਡ ਫਿਰ ਇਹ ਭਾਰਤ ਸਰਕਾਰ ਦਾ ਸਭ ਤੋਂ ਮਤਲਬ ਆਪਾਂ ਕਹਿ ਸਕਦੇ ਕਿ ਸਭ ਤੋਂ ਮੇਨ ਪ੍ਰੀਖਿਆਵਾਂ, ਭਾਰਤ ਦੀਆਂ ਸਭ ਤੋਂ ਮੇਨ ਪ੍ਰੀਖਿਆਵਾਂ ਵਿੱਚੋਂ ਇੱਕ ਐਗਜ਼ਾਮ ਹੈ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਟੌਪ ਜਿਹੜੀਆਂ 3 ਪ੍ਰੀਖਿਆਵਾਂ ਉਹਨਾਂ ਦੇ ਵਿੱਚੋਂ ਭਾਰਤ ਸਰਕਾਰ ਦੀ ਜਿਹੜੀ ਸਭ ਤੋਂ ਉੱਚ ਚੋਟੀ ਦੀ ਜਿਹੜੀ ਪ੍ਰੀਖਿਆ ਉਹ UPSC ਹੈ। ਤੇ ਜਸਕਰਨ ਸਿੰਘ ਜੀ, ਤੁਸੀਂ UPSC ਬਾਰੇ ਗੱਲ ਕਰ ਰਹੇ ਜੀ, ਉਹਦਾ ਆਧਾਰ ਪੁਆਇੰਟ ਜਿਹੜਾ ਬੇਸਿਕ ਹੁੰਦਾ ਆ ਉਹ ਗ੍ਰੈਜੂਏਸ਼ਨ ਹੁੰਦਾ ਹੈ। ਇਸ ਵਕਤ ਤੁਸੀਂ ਕਿਸ ਜਗ੍ਹਾ ਦੇ ਉੱਤੇ ਪੜ੍ਹ ਰਹੇ ਹੋ ਤੇ ਕੀ ਗ੍ਰੈਜੂਏਸ਼ਨ ਕੰਪਲੀਟ ਕਰ ਰਹੀ ਹੈ? ਉਹ ਕਿਸ ਜਗ੍ਹਾ ਦੇ ਉੱਤੇ, ਕਿਸ ਕਾਲਜ ਦੇ ਵਿੱਚ ਪੜ੍ਹ ਰਹੇ ਹੋ, ਉਹਦੇ ਬਾਰੇ ਵੀ ਦੱਸਿਆ ਜੀ। ਹਾਲੇ ਜਿਹੜੀ ਮੈਂ ਆਪਣੀ ਡਿਗਰੀ ਜਿਹੜੀ ਪਰਸੂ ਕਰਨ ਦਿਆਂ, ਮੈਂ BSc ਇਕਨੋਮਿਕਸ DAV ਕਾਲਜ ਅੰਮ੍ਰਿਤਸਰ ਤੋਂ ਕਰਨ ਦਿਆਂ। ਮੇਰਾ ਲਾਸਟ ਈਅਰ ਜਿਹੜਾ ਸਟਾਰਟ ਹੋ ਗਿਆ, ਮੈਂ ਸਮੈਸਟਰ 5th ਦਾ ਸਟੂਡੈਂਟ ਇਸ ਵੇਲੇ। ਐਂਡ ਜਿਹੜਾ ਮੇਰੀ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਹੋਊਗੀ ਉਹ ਨੈਕਸਟ ਈਅਰ ਕੰਪਲੀਟ ਹੋ ਜਾਣੀ ਹੈ। ਐਂਡ ਮੈਂ ਐਲੀਜੀਬਲ ਹੋਊਂਗਾ UPSC ਦੇ ਐਗਜ਼ਾਮ ਲਈ ਨੈਕਸਟ ਈਅਰ ਤੋਂ। ਸੋ ਮੇਰਾ ਜਿਹੜਾ ਫਸਟ ਅਟੈਂਪਟ ਹੈ UPSC ਦੇ ਐਗਜ਼ਾਮ ਦਾ ਉਹ ਨੈਕਸਟ ਈਅਰ ਹੈ। ਐਂਡ ਪਿਛਲੇ 2 ਸਾਲ ਤੋਂ ਮੈਂ ਇਸ ਐਗਜ਼ਾਮ ਦੀ ਤਿਆਰੀ ਕਰਨ ਦਿਆਂ। ਮਤਲਬ ਇਹ ਨਹੀਂ ਹੈ ਕਿ ਕੋਈ ਆਪਣੇ ਆਪ 'ਤੇ ਪੂਰਾ ਹੈ ਕਿ ਹਾਂ ਆਪਣੇ ਆਪ ਵੱਲੋਂ ਪੂਰਾ ਜ਼ੋਰ ਲਾਇਆ ਹੈ, ਬਾਕੀ ਜੋ ਮਾਲਕ ਦੇ ਹੱਥ ਹੋਊਗਾ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ। ਤੇ ਹਾਲੇ ਜਿੰਨਾ ਵੀ ਟਾਈਮ ਰਿਹਾ, ਇਹ ਨਹੀਂ ਹੈ ਕਿ ਹੁਣ ਜੇ 7 ਕਰੋੜ ਦੇ ਸਵਾਲ ਤੱਕ ਪਹੁੰਚ ਗਏ ਆ ਜਾਂ 1 ਕਰੋੜ ਜਿੱਤ ਗਏ ਆ, ਜਿੰਨੇ ਵੀ ਜਿੱਤ ਗਏ ਆ, ਤੇ ਇਹ ਨਹੀਂ ਹੈ ਕਿ ਹੁਣ ਜੇ ਇਸੇ ਨੂੰ ਹੀ ਆਖਰੀ ਮੰਜ਼ਿਲ ਨਹੀਂ ਸਮਝਣਾ। ਹਾਲੇ ਬਹੁਤ ਅੱਗੇ ਤੱਕ ਜੋ ਵੀ ਸੋਚਿਆ ਜਾਂ ਜਿੰਨੇ ਵੀ ਨਿਸ਼ਾਨੇ ਜਿਹੜੇ ਆ, ਜਿੰਨੇ ਵੀ ਜਿਹੜੇ ਟੀਚੇ ਜਿਹੜੇ ਮਿੱਥੇ, ਹਾਲੇ ਉਹਨਾਂ ਦੀ ਮਿਹਨਤ ਕਰਨੀ ਬਾਕੀ ਹੈ। ਸੋ ਜਿਹੜਾ ਨੈਕਸਟ ਈਅਰ ਹੋਊਗਾ ਉਹ ਵੀ ਇੱਕ ਟਰਨਿੰਗ ਪੁਆਇੰਟ ਹੋਊਗਾ, ਕਿਉਂਕਿ ਉਹ ਪਤਾ ਲੱਗੂਗਾ ਕਿ ਜੋ UPSC ਦਾ ਐਗਜ਼ਾਮ ਉਹਦਾ ਰਿਜ਼ਲਟ ਕੀ ਰਹਿੰਦਾ ਹੈ। ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ, ਬਾਕੀ ਜੋ ਹੋਊਗਾ ਉਹ ਤੇ। ਜਸਕਰਨ ਸਿੰਘ ਜੀ, ਤੁਸੀਂ ਮਤਲਬ ਜਿੱਥੇ ਇੱਕ ਹੁਣ ਵੱਡੀ ਪ੍ਰਾਪਤੀ ਕੀਤੀ, ਇੱਕ ਮਤਲਬ ਇਹਨੂੰ ਵੀ ਇੱਕ ਕੰਪੀਟੀਸ਼ਨ ਹੀ ਆਪਾਂ ਕਹਿ ਸਕਦੇ ਹਾਂ, ਜਿੱਥੇ ਬੜੇ ਦੇਸ਼ ਭਰ ਤੋਂ ਕੰਪੀਟੀਟਰ ਪੁੱਜੇ ਹੁੰਦੇ ਨੇ, ਤੇ ਇਹ ਵੀ ਇੱਕ ਦਿਮਾਗ ਦਾ ਜਿਹੜਾ ਵਾ ਉਹ ਟੈਸਟ ਹੁੰਦਾ ਹੈ, ਤੇ ਜਿਸ ਤੋਂ ਬਾਅਦ ਇਹ ਖੁਸ਼ ਹੋ ਕੇ ਜਿਹੜਾ ਨਵਾਜਿਆ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ UPSC ਦੀ ਗੱਲ ਕੀਤੀ ਆ, ਉਹਦੇ ਵਿੱਚ ਤੁਸੀਂ ਟੈਸਟ ਦੇਣ ਦੀ ਗੱਲ ਕੀਤੀ ਆ, ਉਹਦੇ ਵਿੱਚ ਮਤਲਬ ਰੀਡਿੰਗ ਦੂਜੇ ਮਤਲਬ ਜ਼ਰੂਰਤ ਹੁੰਦੀ ਆ ਕਰਨ ਦੀ। ਇਸ ਤੋਂ ਪਹਿਲਾਂ ਥੋੜ੍ਹਾ ਕਿ ਸਾਨੂੰ ਦੱਸਿਆ ਜੇ ਕਿ ਕਾਲਜ ਜਾਂ ਪੜ੍ਹਦਿਆਂ ਦੌਰਾਨ ਕੋਈ ਇਹੋ ਜਿਹਾ ਮੌਕਾ ਆਇਆ ਕਿ ਪਹਿਲਾਂ ਵੀ ਕੋਈ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੋਵੇ? ਜੀ, ਜਦੋਂ ਕਾਲਜ ਦੇ ਵਿੱਚ ਜਿਵੇਂ ਵੀ ਮੈਂ ਦੱਸਿਆ ਕਿ ਮੈਂ UPSC ਦੇ ਐਗਜ਼ਾਮ ਦੀ ਤਿਆਰੀ ਕਰਨ ਦਿਆਂ, ਮੈਂ ਉਹਦੇ ਲਈ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਤਪੱਸਿਆ ਹੀ ਹੋਵੇ ਇੱਕ ਹਿਸਾਬ ਦੀ, ਕਿਉਂਕਿ ਜੋ ਵੀ ਹਰ ਸਬਜੈਕਟ ਪੜ੍ਹਨਾ, ਅਖਬਾਰਾਂ, ਕਰੰਟ ਅਫੇਅਰਸ ਪੜ੍ਹਨੇ, ਜਾਂ ਜੋ ਹਰ ਇੱਕ ਸਬਜੈਕਟ ਦੇ ਵੱਖਰੇ ਵੱਖਰੇ ਐਸਪੈਕਟਸ ਹੁੰਦੇ, ਡਾਇਮੈਂਸ਼ਨਸ ਹੁੰਦੀਆਂ, ਜਿੱਦਾਂ ਇਤਿਹਾਸ ਹੈ, ਮੱਧਕਾਲੀਨ ਇਤਿਹਾਸ ਜਾਂ ਆਧੁਨਿਕ ਇਤਿਹਾਸ ਹੋ ਗਿਆ, ਪ੍ਰਾਚੀਨ ਇਤਿਹਾਸ ਹੋ ਗਿਆ, 3 ਭਾਗ ਦੇ ਇਤਿਹਾਸ ਦੇ ਹੀ ਹੋ ਗਏ, ਭੂਗੋਲ ਦਾ ਵਿਸ਼ਵ ਭੂਗੋਲ ਹੋ ਗਿਆ, ਭਾਰਤ ਦਾ ਭੂਗੋਲ ਹੋ ਗਿਆ, ਤੇ ਭਾਰਤ ਦਾ ਭੂਗੋਲ ਹੋ ਗਿਆ। ਤਾਂ ਉਹਦੇ ਲਈ ਜੋ ਕਾਲਜ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਜਾ ਕੇ ਮੈਂ ਆਪਣੇ ਸਵੇਰੇ 2 ਤੋਂ 3 ਘੰਟੇ
ਸਵੇਰੇ ਪੜ੍ਹਨਾ, ਫਿਰ ਜਦੋਂ ਕਾਲਜ ਛੁੱਟੀ ਹੋ ਜਾਣੀ ਫਿਰ 2 ਤੋਂ 3 ਘੰਟੇ ਸ਼ਾਮ ਨੂੰ ਪੜ੍ਹਨਾ, ਅਤੇ ਜਦੋਂ ਘਰੇ ਆਉਣਾ, ਜਦੋਂ 2 ਘੰਟੇ ਦਾ ਸਫ਼ਰ ਕਰਕੇ ਕਾਲਜ ਤੋਂ ਘਰੇ ਆਉਣਾ, ਫਿਰ ਰਾਤ ਨੂੰ ਪੜ੍ਹਨਾ, ਫਿਰ ਸਵੇਰੇ ਉੱਠ ਕੇ ਪੜ੍ਹਨਾ। ਮਤਲਬ ਤਕਰੀਬਨ ਇੱਕ ਦਿਨ ਦੇ ਵਿੱਚ 6 ਤੋਂ 7 ਘੰਟੇ ਸਿਰਫ ਉਸ ਐਗਜ਼ਾਮ ਦੀ ਤਿਆਰੀ ਕਰਨੀ, ਕਿਉਂਕਿ ਉਹ ਇੱਕ ਬਹੁਤ ਵੱਡਾ ਇੱਕ ਐਗਜ਼ਾਮ ਵੀ ਹੈ ਅਤੇ ਉਹ ਇੱਕ ਜ਼ਿੰਮੇਵਾਰੀ ਵੀ ਹੈ, ਕਿਉਂਕਿ ਉਹ ਇੱਕ ਸਿਰਫ ਨੌਕਰੀ ਨਹੀਂ ਹੈ, ਉਹ ਇੱਕ ਸਰਵਿਸ ਹੈ ਦੇਸ਼ ਲਈ। ਅਤੇ ਜੇ ਉਹ ਕੋਈ ਉਹੀ ਕਰ ਸਕਦਾ ਜਿਹਨੂੰ ਪਤਾ ਹੈ ਕਿ ਹਾਂ ਜੇ ਉਹ ਕਰਨਾ ਹੈ, ਅਤੇ ਇੱਕ ਜਜ਼ਬਾ ਵੀ ਹੋਣਾ ਚਾਹੀਦਾ, ਅਤੇ ਇੱਕ ਇਨਸਾਨ ਦੇ ਅੰਦਰ ਇੱਕ ਇੰਸਪੀਰੇਸ਼ਨ, ਇੱਕ ਨੈਚੁਰਲ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਜੇ ਉਹ ਐਗਜ਼ਾਮ ਕਰਨਾ ਹੈ ਤਾਂ ਉਹ ਇੱਕ ਤਪੱਸਿਆ ਹੀ ਕਰਨੀ ਪੈਣੀ ਹੈ। ਅਤੇ ਐਂਡ ਇਹ ਨਹੀਂ ਹੈ ਕਿ ਜੇ ਮੈਂ ਘੁੰਮ ਵੀ ਲਿਆ ਜਾਂ ਜੇ ਮੈਂ ਇੱਧਰ ਉੱਧਰ ਚਲਾ ਗਿਆ, ਸਿਰਫ ਅੱਧਾ ਘੰਟਾ ਇੱਕ ਦਿਨ ਦਾ ਪੜ੍ਹਿਆ। ਅਤੇ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਉਸ ਐਗਜ਼ਾਮ ਲਈ 10-10 ਘੰਟੇ ਜਾਂ 12-12 ਘੰਟੇ ਵੀ ਪੜ੍ਹਦੇ ਆ। ਤੋ ਹਾਲੇ ਬਹੁਤ ਕੁਝ ਸਿੱਖਣਾ ਬਾਕੀ ਹੈ ਉਸ ਐਗਜ਼ਾਮ ਲਈ, ਜਾਂ ਬਹੁਤ ਕੁਝ ਕਰਨਾ ਬਾਕੀ ਹੈ। ਬਾਕੀ ਹਾਲੇ ਜਿੰਨਾ ਵੀ ਟਾਈਮ ਪਿਆ ਹੁਣ ਤਾਂ ਹੋਰ ਫਾਈਨੈਂਸ਼ੀਅਲੀ ਸਟਰੋਂਗ ਹੋਣ ਦੇ ਕਰਕੇ ਹੁਣ ਹੋਰ ਜਿਹੜੇ ਰਿਸੋਰਸਿਸ ਦੇ ਉੱਤੇ ਜੋ ਵੀ ਆਪਣਾ ਮੈਂ ਖਰਚਾ ਕਰੂੰਗਾ, ਹੁਣ ਉਸ ਐਗਜ਼ਾਮ ਨੂੰ ਹੀ ਮੇਰਾ ਮੇਨ ਟਾਰਗੇਟ ਮੰਨ ਕੇ ਹੁਣ ਉਹਦੇ ਲਈ ਤਿਆਰੀ ਸ਼ੁਰੂ ਕਰਾਂਗੇ। ਜਸਕਰਨ ਸਿੰਘ ਜੀ, ਆਸ ਕਰਦੇ ਹਾਂ ਕਿ ਤੁਸੀਂ ਜਿੱਥੇ ਇਹ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਉੱਥੇ ਕਾਮਯਾਬ ਹੋਏ ਜੇ। ਇਹ ਆਸ ਕਰਦੇ ਹਾਂ ਕਿ ਤੁਸੀਂ ਜੋ ਮਨ ਦੇ ਵਿੱਚ ਸੁਪਨਾ ਧਾਰਿਆ UPSC ਦੇ ਵਿੱਚ ਕਲੀਅਰ ਕਰਨ ਦਾ, IRS ਜਾਂ IAS ਜਾਂ IPS ਜਾਂ ਉਹਦੀਆਂ ਜਿੰਨੀਆਂ ਵੀ IFS ਕਿਸੇ ਵੀ ਬ੍ਰਾਂਚ ਲਈ ਤੁਸੀਂ ਪ੍ਰਮਾਤਮਾ ਤੁਹਾਡੇ ਇਸ ਸਫਲਤਾ ਜਿਹੜੀ ਤੁਸੀਂ ਕਰ ਰਹੇ ਜੇ ਉਹਦੇ ਲਈ ਉਹਨੂੰ ਬੂਰ ਪਾਵੇ। ਅਤੇ ਹੁਣ ਤੁਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ। ਕਰਨ ਸਿੰਘ ਦੇ ਪਰਿਵਾਰਕ ਦੋਸਤ ਜਿਹੜੇ ਨੇ ਨਾਲ, ਉਹਦੇ ਨਿੱਜੀ ਦੋਸਤ ਜਿਹੜੇ ਬਚਪਨ ਤੋਂ ਉਹਦੇ ਨਾਲ ਚੱਲੇ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਸਕਰਨ ਸਿੰਘ ਦੀ ਇਸ ਪ੍ਰਾਪਤੀ 'ਤੇ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ। ਹਾਂਜੀ, ਇਹ ਜਸਕਰਨ ਸਿੰਘ ਨੇ ਜਿਹੜੀ ਇਹ ਵੱਡੀ ਪ੍ਰਾਪਤੀ ਕੀਤੀ ਹੈ, ਕੌਣ ਬਣੇਗਾ ਕਰੋੜਪਤੀ ਦੇ ਵਿੱਚ ਕਰੋੜਾਂ ਰੁਪਏ ਜਿੱਤੇ ਹੈ, ਉਹਦੇ ਬਾਰੇ ਸੁਣ ਕੇ ਕਿਹੋ ਜਿਹਾ ਮਹਿਸੂਸ ਹੋਇਆ? ਬਹੁਤ ਮਾਣ ਵਾਲੀ ਗੱਲ ਹੈ ਜੀ। ਸਾਰੇ ਪੰਜਾਬ ਨੂੰ ਵੀ ਬਹੁਤ ਜਿੱਤ ਨੇ ਪ੍ਰਾਪਤ ਕੀਤੀ ਜਿਹੜੀ, ਅਤੇ ਸਾਨੂੰ ਬਹੁਤ ਇਹ 'ਤੇ ਮਾਣ ਆ। ਗਲੀ ਦਾ ਨਾਂ ਰੋਸ਼ਨ ਕੀਤਾ ਅਤੇ ਖਾਲੜੇ ਦਾ ਵੀ ਨਾਂ ਰੋਸ਼ਨ ਕੀਤਾ ਇਹਨੇ, ਅਤੇ ਪ੍ਰਾਊਡ ਸਾਨੂੰ ਇੱਥੇ ਬਹੁਤ ਜ਼ਿਆਦਾ ਜੀ। ਇੱਦਾਂ ਹੀ ਰਹਿੰਦਾ, ਸ਼ੁਰੂ ਤੋਂ ਹੀ ਪੜ੍ਹਦਾ ਹੀ ਰਹਿੰਦਾ ਬਸ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਰ ਕੰਗਰੈਚੁਲੇਸ਼ਨ ਸਭ ਤੋਂ ਪਹਿਲਾਂ ਜਸਕਰਨ ਨੂੰ ਕਿ KBC ਦਾ ਵਿਨਰ ਹੋਇਆ। ਸੈਕਿੰਡ ਸਰ ਮਤਲਬ ਬਹੁਤ ਵਧੀਆ ਨੇਚਰ, ਬਹੁਤ ਵਧੀਆ ਮੁੰਡੇ ਦਾ। ਕਾਫੀ ਟਾਈਮ ਤੋਂ ਇਸ ਚੀਜ਼ ਲਈ ਸਟਰਗਲ ਕਰ ਰਿਹਾ, ਅਸੀਂ ਦੇਖ ਰਹੇ ਹਾਂ ਇਹਨੂੰ ਕਿ ਮਤਲਬ ਜਦੋਂ ਇਹਨੂੰ ਕਿਤੇ ਕਹਿਣਾ ਹੈ ਕਿ ਆ ਚੱਲ ਯਾਰ ਬਾਹਰ ਚੱਲਦੇ ਘੁੰਮਣ, ਕਹਿੰਦਾ ਨਹੀਂ ਮੈਂ ਤਿਆਰੀ ਕਰ ਰਿਹਾ ਐਗਜ਼ਾਮ ਦੀ, ਮੈਂ ਪੜ੍ਹ ਰਿਹਾ, ਤਾਂ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ 'ਚ ਚੱਲਦੇ ਆਪਾਂ ਥੋੜ੍ਹਾ ਜਿਹਾ ਰੁਕਦੇ ਹਾਂ। ਮਤਲਬ ਜਿੰਨੀ ਟਾਈਮ ਇਹਨੂੰ ਆਪਾਂ ਕਹਿੰਦੇ ਹਾਂ ਕਿ ਆ ਚੱਲ ਯਾਰ ਘੁੰਮਣ ਚੱਲਦੇ, ਕਹਿੰਦਾ ਨਹੀਂ ਮੈਂ ਸਟੱਡੀ ਕਰਦਾ ਪਿਆ, ਮੇਰੀ ਐਗਜ਼ਾਮ ਦੀ ਤਿਆਰੀ ਕਰਦਾ ਪਿਆ। ਅਤੇ ਚਲੋ ਸਾਨੂੰ ਮਾਣ ਹੈ ਕਿ ਇਹਨੇ ਸਾਨੂੰ ਦੱਸਿਆ ਹੈ ਕਿ ਦਿਖਾਇਆ ਹੈ ਕਿ ਹਾਂ ਕਿ ਜੇ ਮੈਂ ਤਿਆਰੀ ਕੀਤੀ ਹੈ ਨਾ ਅਤੇ ਮੈਂ ਕੁਛ ਕੀਤਾ ਵੀ ਹੈ। ਅਤੇ ਅੱਗੇ ਵੀ ਮਤਲਬ ਚਲੋ IAS ਦੀ ਤਿਆਰੀ ਕਰ ਰਿਹਾ ਹੁਣ ਵੀ ਕਰ ਰਿਹਾ, ਕੰਟੀਨਿਊਸਲੀ ਸਟੱਡੀ ਕਰ ਰਿਹਾ। ਪਰਮਾਤਮਾ ਮਿਹਰ ਕਰੇ ਇਹਨੂੰ, ਇਹਦਾ ਜਿਹੜਾ ਟੀਚਾ ਹੈ, ਸੁਪਨਾ ਹੈ, ਉਹ ਪੂਰਾ ਹੋਵੇ। ਮੇਰਾ ਨਾਮ ਗੁਰਲਾਲ ਸਿੰਘ ਹੈ ਅਤੇ ਜਸਕਰਨ ਮੇਰੇ ਨਾਲ ਬਚਪਨ ਤੋਂ ਦੋਸਤ ਅਸੀਂ ਇਕੱਠੇ ਕ੍ਰਿਕਟ ਖੇਡਦੇ ਹੁੰਦੇ ਹਾਂ। ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀਰ ਦੀ ਜਦੋਂ ਪਤਾ ਲੱਗਾ ਕਿ ਵੀਰ ਨੇ ਇੱਥੇ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ ਹੈ, ਅਤੇ ਜਾਣ ਕੇ ਬਹੁਤ ਵਧੀਆ ਲੱਗਾ ਮੈਨੂੰ। ਚਲੋ ਵੀਰ ਦੀ ਆਸ ਵੀ ਹੈਗੀ ਸੀ ਬਹੁਤ, ਵੀਰ ਨੇ ਸਟਰਗਲ ਵੀ ਬਹੁਤ ਕੀਤਾ ਹੈ ਅਤੇ ਬਹੁਤ ਮਿਹਨਤ ਕੀਤੀ ਵੀਰ ਨੇ। ਸਾਰਾ ਦਿਨ ਪੜ੍ਹਦਾ ਰਹਿੰਦਾ ਹੁੰਦਾ ਸੀ। ਜਦੋਂ ਇਹਨੂੰ ਫੋਨ ਕਰਨਾ ਕਿ ਚਲਾ ਘੁੰਮਣ ਚੱਲੀਏ, ਚਲਾ ਕਿਤੇ ਖੇਡਣ ਚੱਲੀਏ, ਅਤੇ ਵੀਰ ਇੱਕੋ ਕਹਿੰਦਾ ਹੁੰਦਾ ਸੀ ਨਹੀਂ ਮੈਂ ਹਜੇ ਪੜ੍ਹਨਾ ਹੈ, ਤੁਸੀਂ ਜਾਓ ਅਤੇ ਕੋਈ ਨਹੀਂ ਬਾਅਦ ਵਿੱਚ ਆਪਾਂ ਸ਼ਾਮ ਨੂੰ ਮਿਲ ਲਾਂਗੇ। ਅਤੇ ਸੁਣ ਕੇ ਬਹੁਤ ਵਧੀਆ ਲੱਗਾ। ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਜੀ? ਵੀਰ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਸਾਡੇ ਭਰਾ ਨੇ ਬਹੁਤ ਤਰੱਕੀ ਕੀਤੀ ਆ, ਇਲਾਕੇ ਦਾ ਨਾਂ ਰੋਸ਼ਨ ਕੀਤਾ। ਸਾਡਾ ਬੈਕਵਰਡ ਏਰੀਆ ਹੈ, ਇੱਧਰ ਨਸ਼ਾ ਪੱਤਾ ਵੀ ਬਹੁਤ ਚੱਲਦਾ ਹੈ, ਅਤੇ ਸਾਡੇ ਭਰਾ ਨੇ ਬਹੁਤ ਤਰੱਕੀ ਕੀਤੀ, ਬਹੁਤ ਖੁਸ਼ੀ ਹੁੰਦੀ ਸਾਨੂੰ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਮੇਰੇ ਲਈ ਤਾਂ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਜਦੋਂ ਮੈਂ ਸੁਣਿਆ ਤਾਂ ਮੇਰੇ ਮਤਲਬ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬਾਕੀ ਮੇਰੇ ਨਾਲ ਸ਼ੁਰੂ ਤੋਂ ਪੜ੍ਹਦਾ ਰਿਹਾ ਹੈ, ਮੈਂ ਇਹਦੇ ਨਾਲ ਪੜ੍ਹਿਆ ਵਾਂ। ਇਹ ਬਹੁਤ ਸਟਰਗਲਿੰਗ ਵਾਲਾ, ਮਤਲਬ ਕਿ ਕਦੀ ਵੀ ਇਹਨੇ ਇਹ ਨਹੀਂ ਚੀਜ਼ ਮਤਲਬ ਸੋਚੀ ਕਿ ਮਤਲਬ ਜਿਵੇਂ ਆਪਾਂ ਮੋਹ 'ਚ ਵੜ ਜਾਂਦੇ, ਜਿਵੇਂ ਆਪਾਂ ਫੋਨ ਚਲਾਉਂਦੇ ਰਹਿੰਦੇ ਸਾਰੀ ਦਿਹਾੜੀ, ਪਰ ਇਹ ਚੀਜ਼ ਨਹੀਂ। ਇਹ ਆਪਦੇ ਦਿਮਾਗ ਨੂੰ ਸਥਿਰ ਰੱਖਦਾ, ਪੂਰਾ ਕੰਸਨਟਰੇਟ ਹੋ ਕੇ ਪੜ੍ਹਦਾ। ਬਾਕੀ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਅਤੇ ਬਹੁਤ ਬਹੁਤ ਧੰਨਵਾਦ। ਯਾਨੀ ਕਿ ਕਿਤਾਬਾਂ 'ਤੇ ਮਾਣ ਕੀਤਾ ਅਤੇ ਕਿਤਾਬਾਂ ਨੇ ਵੀ ਮਾਣ ਬਸ ਬਸ। ਤਾਜ਼ੀਆਂ ਸੱਚੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਗਰਾਊਂਡ ਰਿਪੋਰਟ TV ਨਿਊਜ਼ ਇੰਡੀਆ ਨੂੰ Facebook, YouTube ਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ ਜੀ।